ਪੰਜ ਗੱਲਾਂ ਜਿਹੜੀਆਂ ਨਾ ਸਿੱਖ ਮਜ਼ਹਬ 'ਚ ਹੈ ਜਿਹਦੇ ਵਿੱਚ ਇਹ ਜੂੜਾ ਵੀ ਹੈ ਕਿਉਂਕਿ ਵਾਲ ਕਟਾਏ ਨਹੀਂ ਜਾਂਦੇ ਉਹ ਫਿਰ ਉੱਤੇ ਪਾਕਿਸਤਾਨ ਮੇਰੇ ਨਾਲ ਜਨਾਬ ਅੱਜ ਲਹਿੰਦੇ ਪੰਜਾਬ ਤੋਂ ਸਰਦਾਰ ਏਡੀ ਸਾਹਿਬ ਮੌਜੂਦ ਨੇ। ਸਰਦਾਰ ਸਾਹਿਬ ਬੜੇ ਪਿਆਰ ਮੁਹੱਬਤ ਵਾਲੀ ਸ਼ਖਸੀਅਤ ਔਰ ਤੁਸੀਂ ਇਹਨਾਂ ਨੂੰ ਜਾਣੋ ਦੇ ਮਿਲੋ ਦੇ ਇਨਸ਼ਾਅੱਲਾ ਤੁਹਾਨੂੰ ਵੀ ਬੜੀ ਖੁਸ਼ੀ ਹੋਵੇਗੀ। ਸਰਦਾਰ ਸਾਹਿਬ ਬਹੁਤ ਸ਼ੁਕਰੀਆ ਤੁਸੀਂ ਟਾਈਮ ਦਿੱਤਾ। ਕੀ ਹਾਲ ਚਾਲ ਸਰਦਾਰ ਸਾਹਿਬ? ਹਾਂਜੀ ਸਤਿ ਸ਼੍ਰੀ ਅਕਾਲ ਜੀ, अस्सलाम वालेकुम। ਵਧੀਆ ਭਾਜੀ ਜਨਾਬ ਸਾਡੇ ਲਹਿੰਦੇ ਪੰਜਾਬ ਤੋਂ ਇਹ ਪਹਿਲੇ ਤੇ ਗੱਲ ਇਹ ਕਿ ਚੜ੍ਹਦੇ ਪੰਜਾਬ ਨਾਲ ਕਿੰਨਾ ਪਿਆਰ ਕਰਦੇ? ਚੜ੍ਹਦੇ ਪੰਜਾਬ ਨਾਲ ਸਭ ਨੂੰ ਮੁਹੱਬਤ ਹੈ। ਜਿਹੜਾ ਪੰਜਾਬੀ ਆ ਉਹਨੂੰ ਚੜ੍ਹਦੇ ਪੰਜਾਬ ਨਾਲ ਮੁਹੱਬਤ ਹੈ ਕਿਉਂਕਿ ਕੋਈ ਫਰਕ ਨਹੀਂ ਸੀਗਾ ਤੇ ਅੱਜ ਵੀ ਕੋਈ ਫਰਕ ਨਹੀਂਗਾ। ਮੁਹੱਬਤਾਂ ਉਦਾਂ ਹੀ ਨੇ ਚਾਹੇ ਉਧਰ ਤੇ ਚਾਹੇ ਇੱਧਰ। ਅਗਰ ਅਸੀਂ ਉਧਰ ਵੀ ਜਾਂਦੇ ਹਾਂ ਤੇ ਬਹੁਤ ਅਸੀਂ ਦੇਖਦੇ ਹਾਂ ਕਿ ਉਹ ਸਾਡੇ ਨਾਲ ਬਹੁਤ ਜ਼ਿਆਦਾ ਪਿਆਰ ਮੁਹੱਬਤ ਇਦਾਂ ਹੀ ਹੁੰਦੀ ਹੈ ਜਿੱਦਾਂ ਇੱਧਰ ਲਹਿੰਦੇ ਪੰਜਾਬ 'ਚ। ਤੇ ਅਗਰ ਕੋਈ ਲਹਿੰਦੇ ਪੰਜਾਬ ਤੋਂ ਉਧਰ ਜਾਂਦਾ ਤੇ ਉਹ ਵਾਕਈ ਕਹਿੰਦਾ ਕਿ ਯਾਰ ਕੋਈ ਫਰਕ ਨਹੀਂ ਮੈਨੂੰ ਨਜ਼ਰ ਆ ਰਿਹਾ। ਇਦਾਂ ਹੀ ਲੱਗਦਾ ਕਿ ਜਿੱਦਾਂ ਸਾਰੇ ਮੈਨੂੰ ਲਹਿੰਦਾ ਪੰਜਾਬ ਹੈ ਇਦਾਂ ਹੀ ਮੈਨੂੰ ਚੜ੍ਹਦਾ ਪੰਜਾਬ ਆ। ਅਗਰ ਕੋਈ ਉਧਰੋਂ ਆਉਂਦਾ ਹੈ ਤੇ ਉਹ ਵੀ ਇਹੀ ਸਮਝਦਾ ਲਾਹੌਰ ਦੇ ਵਿੱਚ ਆਣ ਕੇ ਜਿੱਦਾਂ ਹੁਣ ਬਾਬਾ ਜੀ ਗੁਰੂ ਨਾਨਕ ਦਾ ਉਰਸ ਸੀਗਾ ਉਦੋਂ ਦਾ ਕੀ ਕਹਿੰਦੇ 15 ਤਰੀਕ ਨੂੰ ਤੇ ਜਿਹੜੇ ਜਿੰਨੇ ਵੀ ਯਾਤਰੀ ਆਏ ਉਹ ਸਾਰੇ ਇਹੀ ਕਹਿ ਰਹੇ ਸੀ ਕਿ ਕੋਈ ਫਰਕ ਨਹੀਂ, ਮੁਹੱਬਤਾਂ ਪਿਆਰ ਸਾਰਿਆਂ ਦਾ ਅੱਜ ਵੀ ਉਦਾਂ ਹੀ ਆ ਬਿਲਕੁਲ, ਯਾਨੀ ਕਿ ਕੋਈ ਫਰਕ ਮਹਿਸੂਸ ਨਹੀਂ ਹੋ ਰਿਹਾ। ਸਰਦਾਰ ਸਾਹਿਬ ਦੁਨੀਆ ਨੇ ਨਾ ਲਹਿੰਦੇ ਤੇ ਚੜ੍ਹਦੇ ਪੰਜਾਬ ਨੂੰ ਬਹੁਤ ਜ਼ਿਆਦਾ ਲਹਿਦਾ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਇਹ ਲਹਿਦਾ ਨਹੀਂ ਹੋਇਆ। ਵੇਖੋ ਨਾ ਉਵੇਂ ਮੁਹੱਬਤਾਂ ਉਵੇਂ ਹੀ ਲਹਿੰਦਾ ਚੜ੍ਹਦਾ ਬਸ ਪੰਜਾਬ ਹੀ ਹੈ ਤੇ ਬਾਕੀ ਜਿਵੇਂ ਤੁਹਾਡਾ ਪਿਆਰ ਹੈ। ਸਰਦਾਰ ਸਾਹਿਬ ਮੈਨੂੰ ਪਤਾ ਚੱਲਿਆ ਤੁਸੀਂ ਮਾਸ਼ਾਅੱਲਾ ਇੱਕ ਕਲਾਕਾਰ ਹੀ ਇੱਕ ਸਿੰਗਰ ਹੀ ਹੈ ਤੇ ਇਹ ਤੁਸੀਂ ਪਹਿਲੇ ਤੇ ਗੱਲ ਇਹ ਕਿੱਥੋਂ ਇਹ ਅਡੋਪਟ ਕੀਤਾ ਸੀ ਜਾਂ ਖਾਹਿਸ਼ ਪੈਦਾ ਹੋਈ ਸੀ? ਆਪਣੀ ਆਵਾਜ਼ ਤੋਂ ਜਾਂ ਕਿਸੇ ਤੋਂ ਇਨਸਪਾਇਰ ਹੋਏ ਸੀ? ਇਹ ਬਸ ਬਾਬਾ ਜੀ ਦੀਆਂ ਮਿਹਰਾਂ ਨੇ ਜੀ। ਅਗਰ ਆਪਾਂ ਕਹੀਏ ਕਿ ਆਪਾਂ ਆਪਣੇ ਆਪ ਤੋਂ ਤੇ ਨਹੀਂ, ਇਹ ਮੈਂ ਨਹੀਂ ਇਸ ਗੱਲ ਨੂੰ ਮੰਨਦਾ। ਇਹ ਸਿਰਫ ਉਹਦੀਆਂ ਹੀ ਮਿਹਰਬਾਨੀਆਂ ਨੇ ਸਾਰੀਆਂ। ਉਹ ਸਾਰੇ ਗੁਣ ਪਹਿਲੇ ਹੀ ਫਿੱਟ ਕਰਕੇ ਬੰਦੇ ਦੇ ਵਿੱਚ ਭੇਜਦਾ ਹੈ। ਹਾਂ, ਤੇ ਉਹ ਗੁਣ ਜਿਹੜੇ ਹੁੰਦੇ ਉਹ ਆਪਣੇ ਆਪ ਫਿਰ ਬੋਲਦੇ ਆ ਉਸ ਬੰਦੇ ਦੇ ਵਿੱਚੋਂ। ਤੇ ਜਦੋਂ ਬੋਲਦੇ ਆ ਤੇ ਚਾਹੇ ਉਹ ਬੰਦਾ ਫਿਰ ਉਹ ਗੁਣਾਂ ਨੂੰ ਇਸਤੇਮਾਲ ਕਰੇ ਜਾਂ ਨਾ ਕਰੇ, ਲੇਕਿਨ ਉਹਦੇ ਵਿੱਚ ਉਹ ਫਿਟਿੰਗ ਪਹਿਲੇ ਹੀ ਸੋਹਣਾ ਫਿੱਟ ਕਰਕੇ ਹੀ ਭੇਜਦਾ ਕਿ ਤੇਰੇ ਵਿੱਚੋਂ ਆਹ ਕੰਮ ਲੈਣਾ ਹੈ ਤੇ ਉਹ ਕੰਮ ਉਹਦੇ ਵਿੱਚੋਂ ਫਿਰ ਬੋਲਦਾ ਹੈ ਜੀ। ਸਰਦਾਰ ਸਾਹਿਬ ਬਾਬਾ ਗੁਰੂ ਨਾਨਕ ਨੂੰ ਤੁਸੀਂ ਕਿਸ ਤਰ੍ਹਾਂ ਦੀ ਇੱਕ ਪਰਸਨੈਲਿਟੀ ਤਸੱਵਰ ਕਰਦੇ ਜੇ, ਮਸਲਨ ਆਪਣੇ ਮਜ਼ਹਬ ਦੇ ਲਿਹਾਜ਼ ਦੇ ਨਾਲ? ਵਧੀਆ ਸਾਡੇ ਮੁਰਸ਼ਿਦ ਨੇ ਜੀ। ਅੱਛਾ, ਇਸ ਤੋਂ ਇਲਾਵਾ ਮੀਨ ਕੁਛ ਇਹ ਲੋਕ ਹੁੰਦੇ ਨੇ ਕਿ ਸਭ ਕੁਛ ਮੀਨ ਖੁਦਾ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਮੰਨਦੇ ਨੇ, ਇਹਦੇ ਬਾਰੇ ਥੋੜੀ ਜਿਹੀ ਰਹਿਨੁਮਾਈ ਕਰ ਦੇਵੋ। ਅਗਰ ਦੇਖੋ ਨਾ ਕਿ ਜੀ ਆਪਾਂ ਇੱਥੇ ਹੀ ਲਾ ਲਓ ਕਿ ਆਪਾਂ ਅਗਰ ਦੇਖਦੇ ਹਾਂ ਕਿ ਸਾਡੇ ਜਿਹੜੇ ਮੁਸਲਮਾਨ ਵੀਰ ਨੇ ਸਾਡੇ ਭਰਾ ਨੇ ਉਹ ਅਗਰ ਬਾਬਾ ਫਰੀਦ ਤੇ ਉਸ ਤੇ ਜਾਂਦੇ ਨੇ ਤੇ ਉਹ ਉੱਥੇ ਜਾ ਕੇ ਉਹ ਇਹੀ ਸਮਝਦੇ ਨੇ ਕਿ ਸਾਡਾ ਤਾਂ ਰੱਬ ਹੀ ਇਹੀ ਹੈ। ਤੇ ਇੱਥੋਂ ਤੁਸੀਂ ਆਪੇ ਜਾਇਜ਼ਾ ਲਾ ਲਓ ਕਿ ਬਈ ਮੁਰਸ਼ਿਦ ਤੇ ਮੁਰਸ਼ਿਦ ਹੀ ਹੁੰਦੇ। ਬਿਲਕੁਲ, ਮੁਰਸ਼ਿਦ ਤੇ ਮੁਰਸ਼ਿਦ ਹੁੰਦੇ ਨੇ, ਸਹੀ ਗੱਲ ਹੈ। ਤੇ ਉਸ ਤੋਂ ਬਾਅਦ ਸਰਦਾਰ ਸਾਹਿਬ ਪਾਕਿਸਤਾਨ ਕਿਸ ਤਰ੍ਹਾਂ ਦਾ ਲੱਗਦਾ ਤੁਹਾਨੂੰ? ਬਹੁਤ ਹੀ ਵਧੀਆ ਜੀ, ਬਹੁਤ ਹੀ ਵਧੀਆ। ਇੰਨਾ ਪਿਆਰ ਮੁਹੱਬਤ ਕਿ ਕਿਆ ਬਾਤ ਹੈ ਜੀ। ਜਦੋਂ ਅਸੀਂ ਕਿਤੇ ਜਾਂਦੇ ਹਾਂ ਨਾ ਜੀ ਸ਼ੋਅ ਕਰਨ ਤੇ ਇੰਨੀ ਇੱਜ਼ਤ ਹੁੰਦੀ ਹੈ ਕਿ ਹੱਦ ਤੋਂ ਜ਼ਿਆਦਾ। ਉਹ ਇੱਜ਼ਤ ਮੈਨੂੰ ਲੱਗਦਾ ਕਿ ਅਗਰ ਮੇਰੇ ਸਿਰ ਤੇ ਉੱਤੇ ਆ ਤਾਜ ਨਾ ਹੋਵੇ ਤੇ ਮੈਨੂੰ ਇੰਨੀ ਇੱਜ਼ਤ ਨਹੀਂ ਮਿਲ ਸਕਦੀ। ਜਦੋਂ ਇਹ ਮੇਰੇ ਸਿਰ ਦੇ ਉੱਤੇ ਤਾਜ ਦੇਖਦੇ ਆ ਹਰ ਕੋਈ ਤੇ ਉਹ ਮੇਰੀ ਬੜੀ ਇੱਜ਼ਤ ਕਰਦਾ। ਉਹ ਕਹਿੰਦੇ ਨੇ ਕਿ ਸਰਦਾਰ ਜੀ ਆ ਗਏ ਤੇ ਉਹ ਇਸ ਤਾਜ ਨੂੰ ਸਲਾਮ ਹੈ। ਤੇ ਉਹ ਹਰ ਬੰਦਾ ਬਹੁਤ ਲਾਈਕ ਕਰਦਾ, ਬਹੁਤ ਮੁਹੱਬਤ ਦਿੰਦਾ, ਬਹੁਤ ਪਿਆਰ ਦਿੰਦਾ। ਸਾਡੀਆਂ ਭੈਣਾਂ ਸਾਡੀਆਂ ਮਾਵਾਂ ਉਹ ਸਾਰੀਆਂ ਬਹੁਤ ਹੀ ਜ਼ਿਆਦਾ ਮੁਹੱਬਤ ਕਰਦੀਆਂ, ਪਿਆਰ ਕਰਦੀਆਂ ਤੇ ਵੀਰ ਵੀ ਸਾਡੇ ਬਹੁਤ ਹੀ ਜ਼ਿਆਦਾ ਮੁਹੱਬਤ ਕਰਦੇ ਨੇ। ਤੇ ਇਹ ਸਾਰਾ ਇਹ ਤਾਜ ਨੂੰ ਸਲਾਮ ਹੈ ਜੀ। ਭਾਜੀ ਤੁਸੀਂ ਸ਼ਖਸੀਅਤ ਹੀ ਪਿਆਰ ਵਾਲੀ ਏ। ਮੇਰੀ ਕੱਲ ਤੁਹਾਡੇ ਨਾਲ ਪਹਿਲੀ ਦਫਾ ਮੁਲਾਕਾਤ ਹੋਈ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਦਿਲ ਦੇ ਵਿੱਚੋਂ ਹੀ ਤੁਹਾਨੂੰ ਵੇਖ ਕੇ
ਪਿਆਰ ਨਿਕਲਦਾ ਜਿਸ ਤਰ੍ਹਾਂ ਤੁਸੀਂ ਬੋਲਦੇ ਜੀ। ਤੇ ਬਾਕੀ ਸਰਦਾਰ ਸਾਹਿਬ ਇੱਕ ਚੀਜ਼ ਮੇਰੇ ਜ਼ਿਹਨ ਦੇ ਵਿੱਚ ਅਕਸਰ ਸੋਚਣਾ, ਸਾਨੂੰ ਮੁਸਲਮਾਨਾਂ ਨੂੰ ਐਡਾ ਪਤਾ ਕੋਈ ਨਹੀਂ, ਆ ਸਿਰ ਤੇ ਤੁਸੀਂ ਜਿਹੜੀ ਇਹ ਚੀਜ਼ ਹੈ ਬੰਨ੍ਹਦੇ ਜੇ, ਇੱਕ ਹੁੰਦੀ ਏ ਉਹ ਇੱਥੋਂ ਕਰਕੇ ਇੰਜ ਬੰਨ੍ਹਦੇ ਨੇ, ਉਹ ਮੈਂ ਅਕਸਰ ਉਹ ਇੱਕ ਦੋ ਫਿੰਗਰ ਜਾਂ ਬੱਚੇ ਉਹਨਾਂ ਨੂੰ ਵੀ ਵੇਖਿਆ ਉਹ ਹਾਂਜੀ, ਬੰਨ੍ਹਦੇ ਨੇ। ਬਾਂਹ ਦਾ ਜੂੜਾ। ਹਾਂਜੀ, ਉਹ ਕਿਉਂਕਿ ਇਹ ਪੰਜ ਗੱਲਾਂ ਜਿਹੜੀਆਂ ਨਾ ਸਿੱਖ ਮਜ਼ਹਬ ਚ ਹੈ, ਜਿਹਦੇ ਵਿੱਚ ਇਹ ਜੂੜਾ ਵੀ ਹੈ, ਕਿਉਂਕਿ ਵਾਲ ਕਟਾਏ ਨਹੀਂ ਜਾਂਦੇ, ਉਹ ਫਿਰ ਉੱਤੇ ਜੂੜਾ ਕਰਕੇ ਉਹ ਵਿੱਚ ਹੀ ਬੰਨਿਆ ਜਾਂਦਾ ਜੀ। ਇਹ ਕਿਉਂ ਬੰਨ੍ਹਦੇ ਨੇ? ਹਾਂਜੀ। ਪਰ ਤੁਸੀਂ ਇੱਕ ਮਿੰਟ, ਤੁਸੀਂ ਉਹਨੇ ਬੰਨਿਆ ਨਾ, ਮੀਨ ਇੱਕ ਕ੍ਰਿਕਟਰ ਹਰਭਜਨ ਸਿੰਘ, ਅਰਸ਼ਦੀਪ ਸਿੰਘ ਜਾਂ ਸਿੱਧੂ ਮੂਸੇਵਾਲੇ ਦੀ ਗੱਲ ਕਰ ਲਵੋ, ਉਹਨਾਂ ਨੂੰ ਅਸੀਂ ਅੱਜ ਤੋਂ ਕਦੀ ਸਿਰ ਤੋਂ ਨੰਗਾ ਵੇਖਿਆ ਹੀ ਨਹੀਂ ਦਾ, ਉਹਨਾਂ ਦੇ ਸਿਰ ਤੇ ਹੀ ਹੁੰਦੀ ਹੈ। ਇਹ ਫਰਜ਼ ਹੈ ਜਾਂ ਇੱਕ ਮਜ਼ਹਬ ਹੈ? ਕੁਛ ਲੋਕ ਨਹੀਂ ਬੰਨਦੇ, ਉਹ ਵੀ ਸਿੱਖ ਹੀ ਨੇ। ਨਹੀਂ, ਸਿਰ ਤੇ ਢੱਕ ਕੇ ਰੱਖਣਾ ਚਾਹੀਦਾ, ਕਿਉਂਕਿ ਸਿੱਖ ਮਜ਼ਹਬ ਤੇ ਵੀਰ ਜੀ ਹੋਵੇ ਕੋਈ ਤੇ ਉਹ ਸਿਰ ਨੂੰ ਢੱਕ ਕੇ ਹੀ ਰੱਖਦਾ। ਅੱਛਾ। ਹਾਂਜੀ, ਕੁਛ ਐਸੇ ਨੇ ਉਹ ਨਹੀਂ ਢੱਕਦੇ ਮੀਨ। ਹਾਂਜੀ, ਅੱਜ ਕੱਲ ਵੀਰ ਜੀ ਇਹ ਵੀ ਵਿੱਚ ਗੱਲ ਹੈਗੀ ਆ ਕਿ ਦੇਖੋ ਕਿ ਹੁਣ ਕੁਛ ਸਾਡੇ ਵੀਰ ਜਿਹੜੇ ਹੈਗੇ ਨੇ ਕਿ ਉਹ ਕਲੀਨ ਸ਼ੇਪ 'ਚ ਵੀ ਪੱਗ ਬੰਨੀ ਫਿਰਦੇ ਨੇ ਜੀ, ਠੀਕ ਹੈ ਨਾ ਜੀ। ਬਸ ਹੁਣ ਉਹ ਕੁਛ ਗੱਲਾਂ ਥੋੜੀਆਂ ਜਿਹੀਆਂ ਜਿੱਦਾਂ ਜਿੱਦਾਂ ਦੁਨੀਆ ਦੇ ਵਿੱਚ ਤਬਦੀਲੀ ਆ ਰਹੀ ਹੈ, ਉਦਾਂ ਕੁਛ ਤਬਦੀਲੀ ਏਦਾਂ ਵੀ ਆਈ ਹੋਈ ਕਿ ਉਹ ਕਲੀਨ ਸ਼ੇਪ ਕਰਦੇ, ਲੇਕਿਨ ਸਿੱਖ ਮਜ਼ਹਬ ਦੇ ਵਿੱਚ ਜਿਹੜੀ ਦਾੜੀ ਮੁੱਛ ਉਹਨੂੰ ਕੈਂਚੀ ਲਵਾਉਣਾ ਉਹ ਅੱਛਾ ਨਹੀਂ ਲੱਗਦਾ। ਇਹ ਮਜ਼ਹਬ ਦੇ ਵਿੱਚ ਉਸ ਤੋਂ ਬਾਅਦ ਸਿਰ ਦੇ ਬਾਲ ਵੀ ਨਹੀਂ ਕਟਵਾ ਦੇ। ਹਾਂਜੀ, ਜੀ ਜੀ। ਤੇ ਵੇਖੋ ਨਾ ਜੀ, ਇੱਕ ਸੁਣਿਆ ਹੈ ਕਿ ਜਿਹੜੇ ਸਰਦਾਰ ਹੁੰਦੇ ਨੇ ਇਹ ਬੜੇ ਬਹਾਦਰ ਨੇ, ਅੱਲਾ ਨੇ ਬੜਾ ਰੋਬ ਦਬਦਬਾ ਦਿੱਤਾ ਹੁੰਦਾ ਹੈ, ਖੂਬਸੂਰਤੀ ਵੀ ਦਿੱਤੀ ਹੁੰਦੀ ਹੈ ਹਰ ਜਗ੍ਹਾ ਤੇ, ਇਸ ਤਰ੍ਹਾਂ ਦੀ ਹੈ ਇੱਕ ਸ਼ਨਾਖਤ ਹੈ ਦੁਨੀਆ ਦੇ ਵਿੱਚ ਸਰਦਾਰਾਂ ਦੀ। ਇਹ ਖੂਬੀ ਇੱਕ ਵਿਰਾਸਤੀ ਤੌਰ ਤੇ ਆ ਜਾਂ ਬੰਦੇ 'ਚ ਡਿਵੈਲਪ ਹੁੰਦੀ ਬਹਾਦਰੀ ਵਾਲੀ? ਜਿਹੜਾ ਸੱਚੇ ਦਿਲ ਨਾਲ ਮੰਨਦਾ ਨਾ ਕਿਸੇ ਨੂੰ, ਉਹਦੇ ਤੇ ਨੂਰ ਆਪੇ ਹੀ ਆ ਜਾਂਦਾ ਭਾਜੀ ਜੀ। ਇਹ ਤੁਹਾਡੀ ਗੱਲ ਬਿਲਕੁਲ ਸਹੀ। ਤੇ ਜਦੋਂ ਅਸੀਂ ਅੰਦਰ ਦੇ ਵਿੱਚੋਂ ਆਪਣੀਆਂ ਕਰਤੂਤਾਂ ਐਸੀਆਂ ਨਹੀਂ ਛੱਡਣੀਆਂ, ਐਸੀਆਂ ਗੱਲਾਂ ਦਿਲ ਦੇ ਵਿੱਚ ਰੱਖਣੀਆਂ, ਤੇ ਮਨ ਤੇ ਫਿਰ ਕਾਲਾ ਹੀ ਹੋਣਾ ਹੈ। ਹਾਂ, ਬਿਲਕੁਲ ਸਹੀ ਗੱਲ। ਮਨ ਤੇ ਫਿਰ ਕਾਲਾ ਹੀ ਅੱਜ ਦੇਖੋ ਨਾ ਜੀ, ਸਭ ਤੋਂ ਜ਼ਿਆਦਾ ਦੁੱਧ ਦੇ ਵਿੱਚ ਬੇਈਮਾਨੀ ਹੋ ਰਹੀ ਹੈ। ਹਾਂਜੀ, ਬਿਲਕੁਲ। ਤੇ ਦੁੱਧ ਦੇ ਵਿੱਚ ਇੰਨੀ ਬੇਈਮਾਨੀ ਹੋ ਰਹੀ ਹੈ ਹੱਦ ਤੋਂ ਜ਼ਿਆਦਾ, ਤੇ ਦੁੱਧ ਦੇ ਵਿੱਚ ਤੇ ਦੇਖੋ ਬੇਈਮਾਨੀ ਕਰਨੀ ਨਹੀਂ ਚਾਹੀਦੀ, ਤੇ ਜਦੋਂ ਅਸੀਂ ਦੁੱਧ ਦੇ ਵਿੱਚ ਬੇਈਮਾਨੀ ਕਰਦੇ ਹਾਂ ਤੇ ਉਹ ਬਸ ਫਿਰ ਕੁਛ ਨਾ ਕੁਛ ਖਰਾਬੀ, ਫਾਲਟ ਉਹ ਇਨਸਾਨ ਦੇ ਅੰਦਰ ਜਾਂ ਉਹਦੇ ਘਰ ਦੇ ਵਿੱਚ ਚੱਲਣਾ ਹੀ ਚੱਲਣਾ। ਇਹ ਅਸਲ ਤੇ ਨਾ ਔਰ ਖਰਾਬੀ ਵੀ ਉਹੀ ਕਰ ਰਿਹਾ ਹੁੰਦਾ ਹੈ ਜਿੰਨੇ ਉੱਤੇ ਲਿਖ ਕੇ ਲਾਇਆ ਹੁੰਦਾ ਹੈ ਨਾ ਕਿ ਮਿਲਾਵਟ ਕਰਨੇ ਵਾਲਾ ਹਮੇ ਸੇ ਨਹੀਂ, ਉਹੀ ਕਰ ਰਿਹਾ ਹੁੰਦਾ ਜੀ। ਸੱਚੀਆਂ ਗੱਲਾਂ ਨੇ ਜੀ। ਜਿਵੇਂ ਥਾਣੇ ਚਲੇ ਜਾਓ, ਲਿਖਿਆ ਹੁੰਦਾ ਹੈ ਰਿਸ਼ਵਤ ਲੈਣੇ ਦੇਣੇ ਵਾਲਾ ਹਮੇ ਸੇ ਨਹੀਂ, ਉਹ ਥੱਲੇ ਬਹਿ ਕੇ ਰਿਸ਼ਵਤ ਲੈ ਰਿਹਾ ਹੁੰਦਾ। ਦੇਖੋ ਨਾ, ਔਰ ਖੈਰ ਆਪਾਂ ਉਸ ਚੀਜ਼ ਤੇ ਨਹੀਂ ਜਾਂਦੇ, ਲੇਕਿਨ ਭਾਜੀ ਪਾਕਿਸਤਾਨ ਦੇ ਵਿੱਚ ਜ਼ਿਆਦਾ ਆਜ਼ਾਦੀ ਮਹਿਸੂਸ ਕਰਦੇ ਜੇ ਜਾਂ ਇੰਡੀਆ 'ਚ? ਪਾਕਿਸਤਾਨ ਦੀ ਬਹੁਤ ਜ਼ਿਆਦਾ ਅੱਛੀ, ਕੋਈ ਐਸਾ ਮਸਲਾ ਨਹੀਂ, ਮੈਂ ਤੁਹਾਨੂੰ ਪਹਿਲੇ ਵੀ ਦੱਸਿਆ, ਕੋਈ ਐਸੀ ਟੈਨਸ਼ਨ ਨਹੀਂ। ਬਹੁਤ ਹੀ ਲੋਕ ਪਿਆਰ ਕਰਦੇ ਨੇ, ਆਜ਼ਾਦੀ ਨਾਲ ਫਿਰ ਰਹੇ हैं, ਕੋਈ ਐਸਾ ਮਸਲਾ ਨਹੀਂ, ਕਦੀ ਕੋਈ ਮਸਲਾ ਆਇਆ ਹੀ ਨਹੀਂ, ਕਦੀ ਕਿਸੇ ਨੇ ਕੋਈ ਬੁਰੀ ਐਸੀ ਗੱਲ ਕੀਤੀ ਨਹੀਂ। ਦੇਖੋ ਅਸੀਂ ਤਾਂ ਕਦੀ ਨਹੀਂ ਸੋਚਿਆ, ਸਾਰੇ ਸਾਡੇ ਵਾਸਤੇ ਬੜੇ ਕਾਬਲੇ ਇਹਤਰਾਮ ਨੇ, ਸਭ ਕੁਛ ਉਵੇਂ ਹੀ ਪਿਆਰ ਮੁਹੱਬਤ ਹੈ। ਫਿਰ ਇਹ ਸਿਲਸਿਲਾ ਅੱਗੇ ਕਿਉਂ ਨਹੀਂ ਚੱਲਦਾ? ਮੁਹੱਬਤ ਵਾਲਾ ਅੱਗੇ ਵੱਧਦਾ ਕਿਉਂ ਨਹੀਂ ਗਾ? ਹਾਂਜੀ, ਆਸਾਨ ਹੋ ਗਿਆ। ਸਭ ਤੋਂ ਵੱਡੀ ਹੈ ਜੀ ਇਨਸਾਨੀਅਤ। ਇਨਸਾਨ ਦੇ ਅੰਦਰ ਇਨਸਾਨੀਅਤ ਹੋਣੀ ਚਾਹੀਦੀ, ਚਾਹੇ ਕਿਸੇ ਵੀ ਮਜ਼ਹਬ 'ਚ। ਹਾਂਜੀ, ਇਨਸਾਨੀਅਤ ਹੋਣੀ ਚਾਹੀਦੀ ਹੈ। ਅਸੀਂ ਸਾਰੇ ਇੱਕ ਵਾਂ, ਬਲੱਡ ਦੇ ਵਿੱਚ ਨਹੀਂ ਕੋਈ ਫਰਕ ਆ ਰਿਹਾ, ਸਭ ਇੱਕ ਹੈ। ਹਾਂਜੀ, ਤੇ ਆਪਾਂ ਕਿਉਂ ਇੱਕ ਦੂਸਰੇ ਨਾਲ ਰੰਜਿਸ਼ ਰੱਖਣੀ, ਜਾਂ ਕਿਉਂ ਇੱਕ ਦੂਸਰੇ ਨੂੰ
लड़ाई झगड़ा करना ये वो अच्छा नहीं लगता। ਬਿਲਕੁਲ ਸਹੀ ਗੱਲ, ਇਹ ਨਹੀਂ ਹੋਣਾ ਚਾਹੀਦਾ। हाँ जी, जुग जुग जियो भाजी और सच्चियां ਮੁਹੱਬਤਾਂ ਕਰੋ। ਹਾਂਜੀ, ਵਿੱਚ ਅਸੀਂ ਗੱਲਾਂ ਵੀ ਕੀਤੀਆਂ ਸੀ ਕਿ ਕੁਝ ਗੱਲਾਂ ਕਿ ਅਸੀਂ ਅਗਰ ਨਾਪ ਤੋਲ ਦਾ ਕੋਈ ਕੰਮ ਕਰਦੇ ਆ ਤੇ ਉਹ ਵੀ ਇਮਾਨਦਾਰੀ ਨਾਲ ਕਰਨਾ ਚਾਹੀਦਾ। ਉਹਦੇ ਵਿੱਚ ਰੱਬ ਵੀ ਰਾਜੀ ਤੇ ਜੱਗ ਵੀ ਰਾਜੀ। ਨਾ ਤੋਂ ਅੱਛਾ ਅੱਛਾ ਮਸਲ ਸਹੀ ਤੋਲਣਾ ਚਾਹੀਦਾ। ਮੈਂ ਕਿਹਾ ਸ਼ਾਇਦ ਕਹਿ ਰਹੇ ਨੇ ਕਿ ਬੇਈਮਾਨੀ ਦੇ ਵਿੱਚ ਵੀ ਸਹੀ। ਬਕਾਇਆ ਸਾਰਿਆਂ ਨੂੰ ਜੀ, ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਮੇਰੇ ਵੱਲੋਂ ਜੀ ਬਹੁਤ ਹੀ ਸ਼ੁਕਰੀਆ, ਮਿਹਰਬਾਨੀ, ਥੈਂਕ ਯੂ। ਤੁਸੀਂ ਵੀਰ ਜੀ ਬਹੁਤ ਹੀ ਜ਼ਿਆਦਾ ਮੁਹੱਬਤ ਕਰਦੇ ਹੋ, ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਤੇ ਖਾਸ ਕਰਕੇ ਲਾਹੌਰੀਏ ਤੇ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਨੇ। ਲਾਹੌਰ ਦੇ ਵਿੱਚ ਜਦੋਂ ਵੀ ਯਾਤਰੀ ਆਉਂਦੇ ਨੇ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਨੇ ਲਾਹੌਰੀਏ। ਇੱਥੇ ਤੱਕ ਵੀ ਕਿਸੇ ਦੇ ਕੋਲ ਵੀ ਕੋਈ ਖਾਣ ਪੀਣ ਜਾਂਦਾ ਤੇ ਉਹ ਕੋਈ ਪੈਸੇ ਨਹੀਂ ਲੈਂਦਾ, ਉਹ ਕਹਿੰਦਾ ਸਰਦਾਰ ਜੀ ਖਾਓ ਜੀ ਖਾਓ, ਮਜ਼ੇ ਕਰੋ ਮਜ਼ੇ ਕਰੋ ਜੀ। ਤੁਸੀਂ ਧੰਨਵਾਦ, ਤੁਸੀਂ ਸਾਡੇ ਸ਼ੌਪ ਦੇ ਉੱਤੇ ਆਏ ਹੋ, ਸਾਡੇ ਹੋਟਲ ਤੇ ਆਏ ਹੋ, ਸਾਨੂੰ ਇੰਨਾ ਹੀ ਬਹੁਤ ਹੈ ਜੀ। ਖਾਓ ਜੀ, ਮਜ਼ੇ ਲਵੋ। ਸਰਦਾਰ ਸਾਹਿਬ ਖਾਣ ਪੀਣ ਦਾ ਜਾਂ ਤੁਸੀਂ ਇੱਥੇ ਕਿਸੇ ਹੋਟਲ ਤੇ ਜਾਓ ਪਾਕਿਸਤਾਨ 'ਚ ਕੋਈ ਪਰੇਸ਼ਾਨੀ ਤੇ ਨਹੀਂ ਹੁੰਦੀ? ਨਹੀਂ 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 ਨਹੀਂ, ਕੋਈ ਪਰੇਸ਼ਾਨੀ ਨਹੀਂ, ਉਹੀ ਕੋਈ ਪਰੇਸ਼ਾਨੀ ਖਾਦਾ ਜਾਂਦਾ ਈਜ਼ੀ ਨਾ ਸਭ। ਮੈਂ ਕਹਿੰਦਾ ਸਗੋਂ ਜਿੱਥੇ ਵੀ ਬੈਠੇ ਨੇ ਲੋਕ ਸਗੋਂ ਇਕੱਠੇ ਹੋ ਕੇ ਆ ਜਾਂਦੇ, ਬਹੁਤ ਜ਼ਿਆਦਾ ਪਿਆਰ ਕਰਦੇ, ਬਹੁਤ ਮੁਹੱਬਤ ਕਰਦੇ, ਲੋਕ ਨਾਲ ਸੈਲਫੀਆਂ ਬਣਾਉਂਦੇ, ਬਹੁਤ ਜ਼ਿਆਦਾ ਪਿਆਰ। ਉਦੋਂ ਸਾਨੂੰ ਵੀ ਅੱਛਾ ਲੱਗਦਾ ਕਿ ਯਾਰ ਇੰਨਾ ਮੁਹੱਬਤ ਪਿਆਰ ਹੋ ਰਹੀ ਹੈ। ਮੈਂ ਇੱਕ ਦਫਾ ਗੱਡੀ ਤੇ ਜਾ ਰਿਹਾ ਤੇ ਉਹ ਕੀ ਕਹਿੰਦੇ ਨਾ ਉੱਥੇ ਇਸ਼ਾਰਾ ਨਹੀਂ ਸੀ ਲੱਗਾ, ਟ੍ਰੈਫਿਕ ਵਾਲੇ ਖੜੇ ਸੀ ਤੇ ਉਹਨਾਂ ਨੇ ਜਲਦੀ ਨਾਲ ਭੱਜ ਕੇ ਦੇਖਿਆ ਕਿ ਸਰਦਾਰ ਹੁਣੀ ਲੰਘ ਰਿਹਾ ਤੇ ਉਹਨਾਂ ਨੇ ਟ੍ਰੈਫਿਕ ਰੋਕ ਕੇ ਪਹਿਲੇ ਮੈਨੂੰ ਨਿਗਾਹਤਾ ਕਿ ਤੁਸੀਂ ਲੰਘੋ ਜੀ। ਮੈਂ ਦਿਲ 'ਚ ਸੋਚਿਆ ਕਿ ਯਾਰ ਦੇਖੋ ਕਿੰਨੀ ਮੁਹੱਬਤ ਪਿਆਰ ਹੋ ਰਹੀ ਕਿ ਉਹਨਾਂ ਨੇ ਟ੍ਰੈਫਿਕ ਰੋਕ ਕੇ ਮੈਨੂੰ ਲਗਾਇਆ। ਹਾਲੇ ਕਿ ਮੇਰੇ ਕੋਲ ਕੋਈ ਅਹੁਦਾ ਤਾਂ ਨਹੀਂ ਏਡਾ ਵੱਡਾ ਕਿ ਮੇਰੇ ਸਟੋਰ ਲੱਗੇ ਹੋਏ ਆ ਕਿ ਮੈਨੂੰ ਉਹ ਕਹਿ ਰਹੇ ਕਿ ਯਾਰ ਜਾਓ, ਲੇਕਿਨ ਉਹਨਾਂ ਨੇ ਸਿਰਫ ਇਸ ਤਾਜ ਦੀ ਵਜ੍ਹਾ ਤੋਂ ਉਹਨਾਂ ਨੇ ਮੈਨੂੰ ਨਿਗਾਹਤਾ। ਉਹਨਾਂ ਨੇ ਕਿਹਾ ਤੁਸੀਂ ਜਾਓ ਸਰਦਾਰ ਜੀ। ਠੀਕ ਹੈ, ਥੈਂਕ ਯੂ ਜੀ, ਬਹੁਤ ਮਿਹਰਬਾਨੀ। ਸਰਦਾਰ ਸਾਹਿਬ ਅਸੀਂ ਹੁਣ ਤੁਹਾਨੂੰ ਐਵੇਂ ਜਾਣ ਨਹੀਂ ਦੇਣਾ, ਸਾਨੂੰ ਕੋਈ ਸੁਣਾਓ। ਹਾਂਜੀ ਵੀਰ ਜੀ, ਮੈਂ ਤੁਹਾਨੂੰ ਇੱਕ ਬੋਲ ਸ਼ਬਾਜ਼ ਕਲੰਦਰ ਸਰਕਾਰ ਦਾ ਕਮਾਲ ਦਾ ਉਹ ਤੁਹਾਨੂੰ ਸੁਣਾਣਾ, ਕਿਉਂਕਿ ਮੈਂ ਉਹਨਾਂ ਦੇ ਉਰਸ ਦੇ ਉੱਤੇ ਬਕਾਇਦਾ ਮੈਂ ਖਾਸ ਕਰਕੇ ਜਾਣਾ ਉੱਥੇ ਉਰਸ ਤੇ। ਉਸ ਦਾਤਾ ਸਾਹਿਬ ਕੋਸ਼ਿਸ਼ ਮੇਰੀ ਹੁੰਦੀ ਕਿ ਹਰ ਦਰਬਾਰ ਦੇ ਉੱਤੇ ਜਾਵਾਂ ਕਿ ਦੇਖੋ ਨਾ ਮੇਰਾ ਗਾਉਣ ਵਜਾਉਣ ਦਾ ਕੰਮ ਹੈ, ਮੈਂ ਸਾਰਿਆਂ ਨਾਲ ਮੁਹੱਬਤਾਂ ਪਿਆਰ ਵੰਡੇ ਨੇ ਤੇ ਉਹ ਮੈਂ ਵੰਡਦਾ ਫਿਰਦਾ ਤੇ ਉਹਨਾਂ ਦੀਆਂ ਮੁਹੱਬਤਾਂ ਲੈ ਰਿਹਾ ਤੇ ਸਰਕਾਰ ਉਹਨਾਂ ਦਾ ਬੜਾ ਹੀ ਕਰਮ, ਉਹਨਾਂ ਦਾ ਵੀ ਆਪਣੇ ਤੇ। ਤੇ ਆਪਾਂ ਤੁਹਾਨੂੰ ਜੀ ਇੱਕ ਬੋਲ ਉਹਨਾਂ ਦਾ ਸੁਣਾਣੇ, ਇੱਕ ਅੰਤਰਾ, ਕਿਉਂਕਿ ਇਹਦੇ 'ਚ ਆਪਣਾ ਇੰਟਰਵਿਊ ਚੱਲਣ ਦਿਆ। ਹਾਂਜੀ ਹਾਂਜੀ, ਮੈਂ ਇੱਕ ਮਿੰਟ ਜੀ। लाल मेरी पति रखियो बना झूले नालन, ओ लाल मेरी, ओ लाल मेरी पति रखियो बना झूले नालन, सिंदड़ी दा सेवणी दा शाबाश कलंदर, टमाटर मस्त कलंदर, हरी दम दम दे अंदर, हरी दा पहला नंबर, ओ लाल मेरी, ओ लाल मेरी। चारे चराग तेरे बड़े हमेशा,
चार चराग तेरे बन हमेशा पंजमा मैं बालने आइया बना झूले लाल ओ पंजमा मैं पंजमा मैं बालनी आइया बना झूले लाल सिमड़ी दा सेवन दा शाबाश कलंदर हक तमा तमत कलंदर अली दम दम दे अंदर अली दा सलाम ओ लाल मेरी